ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਤੁਸੀਂ ਦੇਖ ਰਹੇ ਹੋ ਦਾ ਪੰਜਾਬ ਲਈ। ਅੱਜ ਦਾ ਆਪਣਾ ਗੁਰਬਾਣੀ ਕਥਾ ਵਿਚਾਰ ਦਾ ਵਿਸ਼ਾ ਬਹੁਤ ਹੀ ਖਾਸ ਹੈ, ਪਰ ਉਸ ਤੋਂ ਪਹਿਲਾਂ ਸਾਰਿਆਂ ਅੱਗੇ ਬੇਨਤੀ ਹੈ ਕਿ ਇਸ ਵੀਡੀਓ ਨੂੰ ਲਾਈਕ, ਸ਼ੇਅਰ ਅਤੇ ਸਬਸਕ੍ਰਾਈਬ ਜ਼ਰੂਰ ਕਰੋ। ਕਮੈਂਟ ਬਾਕਸ ਦੇ ਵਿੱਚ ਆ ਕੇ ਵਾਹਿਗੁਰੂ ਜੀ ਜ਼ਰੂਰ ਲਿਖੋ ਅਤੇ ਆਪਣੀ ਰਸਨਾ ਨਾਲ ਵੀ ਵਾਹਿਗੁਰੂ ਜੀ ਬੋਲ ਕੇ ਆਪਣੀ ਰਸਨਾ ਨੂੰ ਪਵਿੱਤਰ ਕਰੋ। ਫਿਰ ਆਓ ਅੱਜ ਦੇ ਇਸ ਗੁਰਬਾਣੀ ਕਥਾ ਵਿਚਾਰ ਵਿਸ਼ੇ ਦੀ ਸਾਂਝ ਪਾਉਂਦੇ ਹਾਂ। ਪ੍ਰਾਚੀਨ ਸਮੇਂ ਦੀ ਗੱਲ ਹੈ। ਇੱਕ ਨਗਰ ਦੇ ਵਿੱਚ ਦੋ ਸਕੇ ਭਰਾ ਰਹਿੰਦੇ ਸਨ। ਛੋਟੇ ਦਾ ਨਾਮ ਖਿਜ਼ਰ ਸੀ, ਵੱਡੇ ਦਾ ਨਾਮ ਜਹਾਨ ਸੀ। ਦੋਹਾਂ ਦੇ ਸੁਭਾਅ ਇੱਕ ਦੂਜੇ ਨਾਲੋਂ ਬਹੁਤ ਉਲਟ ਸਨ, ਬਿਲਕੁਲ ਵਿਪਰੀਤ। ਦੋਹਾਂ ਦੇ ਸੁਭਾਅ ਵਿੱਚ ਜ਼ਮੀਨ ਅਸਮਾਨ ਦਾ ਫਰਕ ਸੀ। ਛੋਟਾ ਸੀ ਜਿਹੜਾ, ਉਹ ਪ੍ਰਮਾਤਮਾ ਦਾ ਭੈ ਕਰਨ ਵਾਲਾ ਸੀ। ਉਹ ਰੱਬ ਨੂੰ ਮੰਨਣ ਵਾਲਾ ਸੀ। ਉਸ ਨੂੰ ਲੱਗਦਾ ਸੀ ਕਿ ਇਸ ਦੁਨੀਆ ਦੇ ਉੱਤੇ ਰੱਬ ਤੋਂ ਉੱਤੇ ਕੁਝ ਨਹੀਂ। ਤੇ ਜਿਹੜਾ ਵੱਡਾ ਸੀ, ਉਹ ਪੈਸੇ ਦਾ ਪੀਰ ਸੀ, ਪੈਸੇ ਨੂੰ ਹੀ ਪੂਜਦਾ ਸੀ, ਪੈਸਾ ਹੀ ਉਹਦਾ ਰੱਬ ਸੀ। ਸੋ ਇਸ ਤਰੀਕੇ ਨਾਲ ਦੋਹਾਂ ਦੇ ਸੁਭਾਅ ਵਿੱਚ ਬਹੁਤ ਵੱਡਾ ਫਰਕ ਸੀ। ਦੋਹਾਂ ਦੇ ਕੋਲੇ ਪਿਓ ਦੀ ਦਿੱਤੀ ਹੋਈ ਜ਼ਮੀਨ ਸੀ, ਜੋ ਉਹਨਾਂ ਨੇ ਅੱਧੀ ਅੱਧੀ ਕਰ ਲਈ ਸੀ। ਦੋਹਾਂ ਦੇ ਕੋਲੇ 10-10 ਖੇਤ ਜ਼ਮੀਨ ਦੇ ਸਨ। ਇੱਕ ਦਿਨ ਦੋਨੋਂ ਇਕੱਠੇ ਬੈਠੇ ਹੋਏ, ਛੋਟਾ ਭਰਾ ਵੱਡੇ ਨੂੰ ਕਹਿਣ ਲੱਗਿਆ ਕਿ ਦੇਖ, ਇਹ ਦੁਨੀਆ ਸਿਰਫ ਤੇ ਸਿਰਫ ਦਇਆ ਤੇ ਚੱਲਦੀ ਹੈ, ਪ੍ਰੇਮ ਤੇ ਚੱਲਦੀ ਹੈ, ਭਾਵਨਾ ਤੇ ਚੱਲਦੀ ਹੈ। ਤੇ ਵੱਡਾ ਛੋਟੇ ਨੂੰ ਕਹਿੰਦਾ, ਨਹੀਂ, ਤੇਰੇ ਮਨ ਵਿੱਚ ਵਹਿਮ ਹੈ। ਇਹ ਦੁਨੀਆ ਕਿਸੇ ਪ੍ਰੇਮ ਪਿਆਰ ਤੇ ਨਹੀਂ ਚੱਲਦੀ, ਕਿਸੇ ਦਇਆ ਭਾਵਨਾ ਤੇ ਨਹੀਂ ਚੱਲਦੀ। ਇਹ ਦੁਨੀਆ ਸਿਰਫ ਤੇ ਸਿਰਫ ਪੈਸੇ ਤੇ ਚੱਲਦੀ ਹੈ। ਪੈਸਾ ਦੁਨੀਆ ਨੂੰ ਚਲਾਉਂਦਾ ਹੈ ਤੇ ਪੈਸੇ ਦੇ ਕਾਰਨ ਇਹ ਸਾਰਾ ਕੁਝ ਰਿੜਿਆ ਫਿਰਦਾ ਹੈ। ਛੋਟੇ ਵੱਡੇ ਭਰਾ ਦੇ ਵਿੱਚ ਆਪਸ ਦੇ ਵਿੱਚ ਤਕਰਾਰ ਹੋ ਗਈ। ਦੋਹਾਂ ਨੇ ਆਪਸ ਦੇ ਵਿੱਚ ਸ਼ਰਤ ਲਾ ਲਈ। ਛੋਟਾ ਕਹਿੰਦਾ ਕਿ ਚੱਲ ਆਪਾਂ ਨਗਰ ਦੇ ਵਿੱਚ ਜਾਂ ਆਪਣੇ ਇਲਾਕੇ ਦੇ ਵਿੱਚ ਦੇਖਦੇ ਹਾਂ ਕੋਈ ਲੋੜਵੰਦ। ਆਪਾਂ ਦੇਖਾਂਗੇ ਲੋੜਵੰਦ ਦੇ ਕੋਲੇ ਲੁਕ ਕੇ ਜੇ ਉਸ ਦੀ ਕੋਈ ਮਦਦ ਕਰ ਗਿਆ ਤਾਂ ਇਹਦਾ ਮਤਲਬ ਇਹ ਸੱਚ ਹੈ ਕਿ ਦੁਨੀਆ ਅੱਜ ਵੀ ਦੁਨੀਆ ਦੇ ਵਿੱਚ ਇਨਸਾਨੀਅਤ ਬਾਕੀ ਹੈ, ਪ੍ਰੇਮ ਪਿਆਰ ਦਇਆ ਭਾਵਨਾ ਤੇ ਦੁਨੀਆ ਚੱਲਦੀ ਹੈ। ਤੇ ਜੇ ਕਿਸੇ ਨੇ ਉਹਦੀ ਮਦਦ ਨਾ ਕੀਤੀ ਤਾਂ ਫਿਰ ਤੂੰ ਸੱਚਾ, ਫਿਰ ਮੈਂ ਮੰਨ ਲਵਾਂਗਾ ਕਿ ਦੁਨੀਆ ਪੈਸੇ ਕਰਕੇ ਰੜੀ ਫਿਰਦੀ ਹੈ। ਵੱਡਾ ਕਹਿੰਦਾ ਠੀਕ ਹੈ, ਆਪਾਂ ਸਿਰਫ ਇਸ ਤਰ੍ਹਾਂ ਸ਼ਰਤ ਨਹੀਂ ਲਾਉਣੀ, ਸ਼ਰਤ ਦੇ ਬਦਲੇ ਆਪਾਂ ਕੁਝ ਲੈਣ ਦੇਣ ਵੀ ਕਰੀਏ। ਛੋਟਾ ਕਹਿੰਦਾ ਠੀਕ ਹੈ, ਮੈਨੂੰ ਮਨਜ਼ੂਰ ਹੈ, ਕਿਉਂਕਿ ਜਿੱਤਣਾ ਤਾਂ ਮੈਂ ਹੀ ਹਾਂ। ਦੁਨੀਆ ਅੱਜ ਵੀ ਪ੍ਰੇਮ ਕਰਕੇ ਚੱਲਦੀ ਹੈ। ਵੱਡਾ ਕਹਿੰਦਾ ਚੱਲ ਠੀਕ ਹੈ, ਆਪਾਂ ਸ਼ਰਤ ਲਾਉਨੇ ਹਾਂ ਆਪਣੀ ਕੁੱਲ ਜਾਇਦਾਦ ਦੀ। ਵੱਡਾ ਭਰਾ ਕਹਿਣ ਲੱਗਾ ਕਿ ਜੇ ਮੈਂ ਜਿੱਤ ਗਿਆ ਤਾਂ ਤੈਨੂੰ ਆਪਣੇ 10 ਦੇ 10 ਖੇਤ ਮੇਰੇ ਨਾਮ ਕਰਵਾਉਣੇ ਪੈਣਗੇ। ਜੇ ਤੂੰ ਜਿੱਤ ਗਿਆ ਤਾਂ ਖੁਸ਼ੀ ਖੁਸ਼ੀ ਮੈਂ ਆਪਣੇ ਖੇਤ ਤੇਰੇ ਨਾਮ ਲਾ ਦਿਆਂਗਾ। ਉਹ ਕਹਿੰਦਾ ਚਲੋ ਠੀਕ ਹੈ। ਉਹ ਦੇਖਿਆ ਉਹਨਾਂ ਨੇ ਕਿ ਇੱਕ ਗਰੀਬ ਮਸਕੀਨ ਸੀ, ਰਸਤੇ ਵਿੱਚ ਪਿਆ। ਉਸਨੇ ਬਹੁਤ ਸਾਰੇ ਲੋਕਾਂ ਤੋਂ ਮਦਦ ਮੰਗੀ। ਉਹ ਤੁਰ ਨਹੀਂ ਸੀ ਸਕਦਾ ਕਿ ਮੈਨੂੰ ਨਗਰ ਤੱਕ ਲੈ ਜਾਓ। ਕਿਸੇ ਨੇ ਉਸਦੀ ਬਾਂਹ ਨਹੀਂ ਫੜੀ, ਕੋਈ ਉਸ ਨੂੰ ਨਗਰ ਤੱਕ ਨਹੀਂ ਲੈ ਕੇ ਆਇਆ। ਆਖਿਰ ਰੱਬ ਨੂੰ ਕੋਸਦਾ ਹੋਇਆ, ਰਿੜਦਾ ਡਿੱਗਦਾ ਢਹਿੰਦਾ ਉਹ ਆਪ ਪਿੰਡ ਪਹੁੰਚਿਆ। ਛੋਟਾ ਸ਼ਰਤ ਹਾਰ ਗਿਆ। ਉਸ ਨੂੰ ਲੱਗਿਆ ਕਿ ਅੱਜ ਜਿਵੇਂ ਇਨਸਾਨੀਅਤ ਹਾਰ ਗਈ ਹੋਵੇ। ਅਗਲੇ ਦਿਨ ਜਾ ਕੇ ਉਸਨੇ ਆਪਣੇ ਖੇਤ ਆਪਣੇ ਵੱਡੇ ਭਰਾ ਦੇ ਨਾਮ ਕਰ ਦਿੱਤੇ। ਦੇਖਦਿਆਂ ਹੀ ਦੇਖਦਿਆਂ ਉਸ 'ਤੇ ਮਾੜਾ ਦੌਰ ਆ ਗਿਆ। ਉਸ ਦੇ ਘਰ ਰੋਟੀ ਪੱਕਣ ਦੇ ਵੀ ਲਾਲੇ ਹੋ ਗਏ। ਉਸ ਦੇ ਬੱਚੇ, ਉਸ ਦੀ ਘਰਵਾਲੀ ਸਭ ਭੁੱਖੇ ਰਹਿਣ ਲੱਗੇ। ਉਸ ਨੂੰ ਵਾਰੀ-ਵਾਰੀ ਕਹਿੰਦੇ ਕਿ ਕਿਤੋਂ ਤਾਂ ਕੁਝ ਕਰ ਲਿਆ। ਉਸ ਨੂੰ ਕੋਈ ਕੰਮ ਉੱਤੇ ਵੀ ਲਾ ਕੇ ਰਾਜੀ ਨਹੀਂ ਸੀ। ਇੱਕ ਦਿਨ ਉਹ ਆਪਣੇ ਵੱਡੇ ਭਰਾ ਦੇ ਘਰ ਚਲਿਆ ਗਿਆ ਕਿ ਸਾਡੀ ਹਾਲਤ ਬਹੁਤ ਖਰਾਬ ਹੈ, ਮੇਰੇ ਬੱਚੇ ਭੁੱਖੇ ਨੇ, ਵਿਲਕਦੇ ਨੇ, ਰੋਂਦੇ ਨੇ, ਮੈਥੋਂ ਦੇਖੇ ਨਹੀਂ ਜਾਂਦੇ। ਤੂੰ ਮੈਨੂੰ ਕੁਛ ਨਾ ਕੁਛ ਉਧਾਰ ਦੇ ਦੇ ਮੈਨੂੰ ਖਾਣ ਲਈ। ਵੱਡਾ ਭਰਾ ਕਹਿਣ ਲੱਗਿਆ ਤੇਰੇ ਕੋਲ ਕਿਹੜਾ ਕੁਛ ਹੈ, ਤੈਨੂੰ ਉਧਾਰ ਦੇ ਵੀ ਦਿੱਤਾ, ਤੂੰ ਕਿਹੜਾ ਮੋੜਨਾ। ਇਸ ਤਰ੍ਹਾਂ ਕਰ, ਇੱਕ ਅੱਖ ਤੇ ਇੱਕ ਪੈਰ ਮੈਨੂੰ ਦੇ ਜਾ, ਮੈਂ ਤੈਨੂੰ ਖਾਣ ਲਈ ਦੇ ਦਿੰਦਾ। 1 ਮਹੀਨੇ ਦਾ ਰਾਸ਼ਨ ਤੇਰੇ ਘਰ ਪਹੁੰਚਦਾ ਕਰ ਦਿਆਂਗਾ। ਛੋਟੇ ਭਰਾ ਨੂੰ ਕੁਛ ਨਹੀਂ ਸੁੱਝਿਆ। ਉਹ ਕਹਿੰਦਾ ਠੀਕ ਹੈ, ਜਿਵੇਂ ਤੈਨੂੰ ਠੀਕ ਲੱਗਦਾ ਹੈ ਕਰ ਲੈ। ਮਹੀਨਾ ਲੰਘਿਆ। ਮਹੀਨੇ ਬਾਅਦ ਫਿਰ ਉਹੀ ਹਾਲ। ਫਿਰ ਉਹ ਵੱਡੇ ਭਰਾ ਦੇ ਕੋਲ ਚਲਿਆ ਗਿਆ। ਵੱਡਾ ਭਰਾ ਕਹਿੰਦਾ ਮੈਂ ਤੈਨੂੰ ਉਹੀ ਉੱਤਰ ਦਿਆਂਗਾ ਪਹਿਲਾਂ ਵਾਲਾ, ਕਿਉਂਕਿ ਤੂੰ ਕਰਜ਼ਾਈ ਹੈ, ਤੇਰੇ ਕੋਲੇ ਦੇਣ ਲਈ ਕੁਛ ਨਹੀਂ। ਇਸ ਕਰਕੇ ਆਪਣਾ ਦੂਜਾ ਪੈਰ ਤੇ ਦੂਜੀ ਅੱਖ ਵੀ ਮੈਨੂੰ ਦੇ ਜਾ। ਛੋਟਾ ਭਰਾ ਕਹਿੰਦਾ ਠੀਕ ਹੈ, ਮੈਥੋਂ ਬੱਚਿਆਂ ਦਾ ਦੁੱਖ ਨਹੀਂ ਸਹਾਰਿਆ ਜਾਂਦਾ, ਦੂਜਾ ਪੈਰ ਵੀ ਰੱਖ ਲੈ, ਅੱਖ ਵੀ ਰੱਖ ਲੈ। ਹੁਣ ਉਸ ਨੂੰ ਬਿਲਕੁਲ ਇੱਕ ਪਿੰਗਲਾ ਬਣਾ ਕੇ ਉਸਨੇ ਉੱਥੋਂ ਤੋੜ ਦਿੱਤਾ। ਹੁਣ ਛੋਟੇ ਭਰਾ ਖਿਜ਼ਰ ਦੀ ਘਰਵਾਲੀ ਵੀ ਉਸ ਤੋਂ ਨਫ਼ਰਤ ਕਰਨ ਲੱਗੀ, ਈਰਖਾ ਕਰਨ ਲੱਗੀ ਕਿ ਇਸਨੇ ਇਨਸਾਨੀਅਤ ਦਾ ਨਾਮ ਜਪਦਿਆਂ, ਪ੍ਰੇਮ ਪਿਆਰ ਦਇਆ ਭਾਵਨਾ ਦਾ ਨਾਮ ਜਪਦਿਆਂ ਆਪਣੀ ਜ਼ਿੰਦਗੀ ਖਰਾਬ ਕਰ ਲਈ ਹੈ। ਆਪਣੇ ਦੋਨੋਂ ਪੈਰ ਗਵਾ ਬੈਠਾ, ਆਪਣੀਆਂ ਅੱਖਾਂ ਗਵਾ ਬੈਠਾ। ਜਦੋਂ ਫਿਰ ਇੱਕ ਵਾਰੀ ਘਰ ਵਿੱਚ ਖਾਣਾ ਮੁੱਕ ਗਿਆ ਤੇ ਉਸ ਨੇ ਕਿਹਾ ਕਿ ਮੈਨੂੰ ਇਸ ਤਰ੍ਹਾਂ ਕਰੋ, ਨਗਰ ਦੇ ਬਾਹਰ ਵਾਲੇ ਪਾਸੇ ਜਿਹੜਾ ਚੁਰਸਤੇ ਦੇ ਉੱਪਰ ਇੱਕ ਵੱਡਾ ਬੋਹੜ ਦਾ ਦਰਖਤ ਹੈ, ਉਸ ਦੇ ਥੱਲੇ ਬਿਠਾ ਦਿਓ। ਮੇਰੇ ਹੱਥ ਵਿੱਚ ਇੱਕ ਲੋਟਾ ਦੇ ਦਿਓ ਤਾਂ ਕਿ ਆਉਂਦੇ ਜਾਂਦੇ ਰਾਹੀ ਉਸ ਵਿੱਚ ਪੈਸੇ ਪਾ ਦਿਆ ਕਰਨ ਤੇ ਆਪਣਾ ਗੁਜ਼ਾਰਾ ਹੋ ਸਕੇ। ਉਸ ਦੇ ਬੱਚਿਆਂ ਨੇ ਤੇ ਉਸ ਦੀ ਘਰਵਾਲੀ ਨੇ ਇਸੇ ਤਰ੍ਹਾਂ ਕੀਤਾ। ਉਸ ਨੂੰ ਉੱਥੇ ਛੱਡ ਆਏ। ਥੋੜਾ ਸਮਾਂ ਉਹ ਉੱਥੇ ਰਿਹਾ। ਜਦੋਂ ਉਸ ਨੂੰ ਲੱਗਿਆ ਕਿ ਕੁਝ ਪੈਸੇ ਹੋ ਗਏ ਨੇ, ਹੁਣ ਇੱਕ ਵਾਰੀ ਫਿਰ ਤੋਂ ਮਹੀਨੇ ਦਾ ਰਾਸ਼ਨ ਆ ਜਾਵੇਗਾ,
ਤੇ ਉਸਨੇ ਆਪਣੇ ਘਰ ਵੱਲ ਨੂੰ ਚੱਲਣਾ ਸ਼ੁਰੂ ਕਰ ਦਿੱਤਾ। ਉਸ ਦਰਖਤ ਤੋਂ ਲੈ ਕੇ ਉਸਦੇ ਘਰ ਤੱਕ ਦਾ ਪੈਂਡਾ ਇੰਨਾ ਲੰਮਾ ਤਾਂ ਨਹੀਂ ਸੀ, ਪਰ ਉਸਦੇ ਪੈਰ ਨਾ ਹੋਣ ਕਰਕੇ ਉਸਨੂੰ ਬਹੁਤ ਸਮਾਂ ਲੱਗ ਗਿਆ। ਘਰ ਪਹੁੰਚਣ ਤੋਂ ਪਹਿਲਾਂ ਹੀ ਸ਼ਾਮ ਹੋ ਗਈ ਤੇ ਉਹ ਇੱਕ ਰੁੱਖ ਦੇ ਥੱਲੇ ਹੀ ਸ਼ਾਮ ਨੂੰ ਪੈ ਗਿਆ। ਉਸਨੂੰ ਇਹ ਸੀ ਕਿ ਅੱਜ ਦੀ ਰਾਤ ਮੈਂ ਇੱਥੇ ਕੱਟ ਲਵਾਂਗਾ ਤੇ ਸਵੇਰੇ ਮੈਂ ਘਰ ਨੂੰ ਚਲਿਆ ਜਾਵਾਂਗਾ। ਹੁਣ ਜਿਸ ਰੁੱਖ ਤੇ ਉਹ ਸੁੱਤਾ ਜਾਂ ਸੌਣ ਦੀ ਕੋਸ਼ਿਸ਼ ਕਰ ਰਿਹਾ ਸੀ, ਉਸ ਰੁੱਖ ਦੇ ਉੱਪਰ 5 ਪ੍ਰੇਤ ਆ ਗਏ। ਇਹ 5 ਪ੍ਰੇਤ ਮਹੀਨੇ ਬਾਅਦ ਉਸੇ ਰੁੱਖ ਤੇ ਇਕੱਠੇ ਹੁੰਦੇ ਸਨ, ਆਪਸ ਵਿੱਚ ਗੱਲਬਾਤ ਕਰਨ ਲੱਗੇ। ਇਹਨਾਂ 5 ਪ੍ਰੇਤਾਂ ਵਿੱਚੋਂ ਇੱਕ ਬਹੁਤ ਬਿਰਧ ਸੀ। ਉਹ ਸਭ ਤੋਂ ਸਿਆਣਾ ਸੀ। ਉਹ ਹਮੇਸ਼ਾ ਕੰਮ ਦੀ ਗੱਲ ਕਰਦਾ, ਨਹੀਂ ਤਾਂ ਬਹੁਤਾਂਤ ਵਿੱਚ ਉਹ ਚੁੱਪ ਰਹਿੰਦਾ। ਇੱਕ ਇਹਨਾਂ ਦਾ ਮੁਖੀਆ ਸੀ ਤੇ 3 ਉਹ ਸਨ ਜੋ ਲੋਕਾਂ ਨੂੰ ਪਰੇਸ਼ਾਨ ਕਰਦੇ ਸਨ, ਡਰਾਉਂਦੇ ਸਨ। ਤੇ ਹਰ ਵਾਰ ਇਸ ਤਰ੍ਹਾਂ ਹੁੰਦਾ, ਜਿਹੜਾ ਬਿਰਧ ਸੀ ਉਹ ਪਾਸੇ ਰਹਿੰਦਾ ਤੇ ਬਾਕੀ ਦੇ 4 ਵਿੱਚੋਂ ਇੱਕ ਨੂੰ ਮੁਖੀਆ ਚੁਣ ਲਿਆ ਜਾਂਦਾ ਸੀ। ਤੇ ਇਹ ਚੋਣ ਇਸ ਆਧਾਰ ਤੇ ਹੁੰਦੀ ਸੀ ਜਿਹੜਾ ਸਭ ਤੋਂ ਵੱਧ ਲੋਕਾਂ ਨੂੰ ਡਰਾਉਂਦਾ, ਪਰੇਸ਼ਾਨ ਕਰਦਾ ਹੈ। ਹੁਣ ਹੋਇਆ ਕਿ ਜਦੋਂ ਉਹ ਆਪਸ ਦੇ ਵਿੱਚ ਗੱਲਬਾਤ ਕਰਨ ਲੱਗੇ ਤਾਂ ਮੁਖੀਆ ਨੇ ਤਿੰਨਾਂ ਨੂੰ ਵਾਰੀ-ਵਾਰੀ ਪੁੱਛਿਆ ਕਿ ਦੱਸੋ ਇਸ ਮਹੀਨੇ ਤੁਸੀਂ ਕੀ ਕੀਤਾ। ਤਾਂ ਸਭ ਤੋਂ ਪਹਿਲਾਂ ਇੱਕ ਬੋਲਿਆ, ਕਹਿਣ ਲੱਗਿਆ ਕਿ ਆਪਣੇ ਰਾਜੇ ਦੇ ਪੁੱਤਰ ਦਾ ਵਿਆਹ ਹੋਣਾ ਸੀ ਦੂਸਰੇ ਮਹਾਰਾਜੇ ਦੀ ਧੀ ਦੇ ਨਾਲ। ਵਿਆਹ ਹੋਣ ਤੋਂ ਐਨ ਪਹਿਲਾਂ ਮੈਂ ਉੱਥੇ ਪਹੁੰਚ ਗਿਆ ਤੇ ਉਸ ਲੜਕੇ ਨੂੰ ਐਸਾ ਚੁੱਕ ਕੇ ਮਾਰਿਆ, ਉਸ ਰਾਜਕੁਮਾਰ ਦਾ ਸਾਰਾ ਸਰੀਰ ਸੁੰਨ ਕਰ ਦਿੱਤਾ। ਉਸਦਾ ਧੜ ਰੁਕ ਗਿਆ। ਹੁਣ ਸਿਰਫ ਉਸਦਾ ਸਿਰ ਚੱਲਦਾ ਹੈ, ਉਹ ਦੇਖ ਸਕਦਾ ਹੈ, ਹਲਕਾ ਫੁਲਕਾ ਬੋਲ ਸਕਦਾ ਹੈ। ਐਸੀ ਹਾਲਾਤ ਦੇ ਵਿੱਚ ਦੂਸਰੇ ਰਾਜ ਦੇ ਰਾਜੇ ਨੇ ਆਪਣੀ ਧੀ ਇਸ ਰਾਜ ਦੇ ਰਾਜਕੁਮਾਰ ਨੂੰ ਵਿਆਹਣ ਤੋਂ ਇਨਕਾਰ ਕਰ ਦਿੱਤਾ, ਵਾਪਸ ਚਲਿਆ ਗਿਆ। ਪ੍ਰੇਤਾਂ ਦਾ ਮੁਖੀਆ ਬਹੁਤ ਖੁਸ਼ ਹੋਇਆ, ਕਹਿਣ ਲੱਗਾ ਇਹ ਤੂੰ ਬਹੁਤ ਵਧੀਆ ਕੰਮ ਕੀਤਾ ਹੈ। ਦੂਸਰੇ ਨੂੰ ਪੁੱਛਿਆ ਕਿ ਦੱਸ ਤੂੰ ਕੀ ਕੀਤਾ, ਤੂੰ ਕਿਵੇਂ ਡਰਾਇਆ ਕਿਸੇ ਨੂੰ। ਉਹ ਕਹਿਣ ਲੱਗਾ ਕਿ ਮੈਂ ਬਾਰਿਸ਼ ਰੁਕਵਾ ਦਿੱਤੀ, ਨਦੀਆਂ ਨਾਲੇ ਸੁਕਾ ਦਿੱਤੇ, ਹਾਹਾਕਾਰ ਮੱਚਿਆ ਪਿਆ ਹੈ, ਇਲਾਕੇ ਵਿੱਚ ਕਾਲ ਪੈ ਗਿਆ, ਕਿਸਾਨ ਵੀ ਪਰੇਸ਼ਾਨ ਨੇ, ਮਜ਼ਦੂਰ ਵੀ ਪਰੇਸ਼ਾਨ ਨੇ, ਆਮ ਲੋਕ ਵੀ ਪਰੇਸ਼ਾਨ ਨੇ। ਉਹ ਕਹਿੰਦਾ ਠੀਕ ਹੈ। ਤੀਸਰੇ ਨੂੰ ਕਿਹਾ ਤੂੰ ਕੀ ਕੀਤਾ ਭਾਈ। ਉਹ ਕਹਿੰਦਾ ਕਿ ਮੈਂ 2 ਸਕੇ ਭਰਾ ਲੜਵਾ ਦਿੱਤੇ। ਐਸੀ ਉਹਨਾਂ ਦੇ ਵਿੱਚ ਫੁੱਟ ਪਾਈ ਕਿ ਇੱਕ ਭਰਾ ਨੇ ਦੂਜੇ ਦੇ ਦੋਹੇ ਪੈਰ ਤੇ ਦੋਵੇਂ ਅੱਖਾਂ ਕੱਢ ਕੇ ਰੱਖ ਲਈਆਂ। ਉਹ ਕਹਿੰਦਾ ਬਹੁਤ ਖੂਬ, ਤੁਸੀਂ ਤਿੰਨਾਂ ਨੇ ਬਹੁਤ ਵਧੀਆ ਕੰਮ ਕੀਤਾ। ਆਪਾਂ ਫੈਸਲਾ ਬਾਅਦ ਵਿੱਚ ਕਰਦੇ ਹਾਂ ਕਿ ਮੁਖੀਆ ਕੌਣ ਬਣੇਗਾ, ਪਰ ਪਹਿਲਾਂ ਮੈਂ ਇਹ ਵੀ ਪੁੱਛਣਾ ਚਾਹੁੰਦਾ ਕਿ ਜਿਹੜਾ ਕੁਝ ਤੁਸੀਂ ਵਿਗਾੜਿਆ ਉਸ ਨੂੰ ਸੁਧਾਰਨ ਦਾ ਵੀ ਤਰੀਕਾ ਆਪਾਂ ਇੱਥੇ ਹਰ ਵਾਰ ਗੱਲਬਾਤ ਦੇ ਵਿੱਚ ਸਾਂਝਾ ਕਰਦੇ ਹਾਂ, ਉਹ ਵੀ ਦੱਸੋ। ਸਭ ਤੋਂ ਪਹਿਲੇ ਨੇ ਦੱਸਿਆ ਕਿ ਰਾਜੇ ਦੇ ਮਹਿਲ ਵਿੱਚ ਰਾਜੇ ਦੇ ਕਕਸ਼ ਦੇ ਬਾਹਰ ਇੱਕ ਗਮਲਾ ਪਿਆ ਹੈ। ਗਮਲੇ ਦੇ ਵਿੱਚ ਇੱਕ ਬੂਟੀ ਲੱਗੀ ਹੋਈ ਹੈ। ਉਹ ਬੂਟੀ ਨਿਚੋੜ ਕੇ ਜੇ ਆਪਣੇ ਪੁੱਤਰ ਨੂੰ ਪਿਆ ਦੇਵੇ ਇੱਕੋ ਘੁੱਟ ਤੇ ਉਸਦਾ ਬੱਚਾ ਬਿਲਕੁਲ ਠੀਕ ਠਾਕ ਹੋ ਜਾਵੇਗਾ, ਜਿਵੇਂ ਪਹਿਲਾਂ ਸੀ ਉਵੇਂ ਦਾ ਹੀ ਹੋ ਜਾਵੇਗਾ। ਦੂਸਰਾ ਦੱਸਣ ਲੱਗਿਆ ਕਿ ਆਪਣੇ ਰਾਜ ਦੇ ਉੱਤਰ ਵਾਲੇ ਪਾਸੇ ਜਿੱਥੇ ਜੰਗਲ ਹੈ ਨਾ, ਜੰਗਲ ਤੋਂ ਪਹਿਲਾਂ ਇੱਕ ਖੂਹ ਹੈ। ਖੂਹ ਦੇ ਵਿੱਚ ਜੇਕਰ ਇਸ ਇਲਾਕੇ ਦੇ ਲੋਕ ਇੱਕ ਬਾਲਟੀ ਪਾਣੀ ਕੱਢ ਕੇ ਨੇੜਲੇ ਦਰਖਤ ਨੂੰ ਪਾ ਦੇਣ ਤੇ ਤੁਰੰਤ ਇਹਨਾਂ ਦੇ ਪਾਣੀ ਦਾ ਮਸਲਾ ਹੱਲ ਹੋ ਜਾਵੇਗਾ। ਜਿਹੜੀ ਬਾਰਿਸ਼ ਰੁਕੀ ਹੈ ਇੱਕ ਵਾਰ ਫਿਰ ਤੋਂ ਆ ਜਾਵੇਗੀ। ਨਦੀਆਂ ਨਾਲਿਆਂ ਦੇ ਵਿੱਚ ਉਸੇ ਤਰ੍ਹਾਂ ਪਾਣੀ ਆਵੇਗਾ ਜਿਵੇਂ ਆਮ ਦਿਨਾਂ ਦੇ ਵਿੱਚ ਚੱਲਦਾ ਹੈ। ਉਹ ਕਹਿੰਦਾ ਠੀਕ ਹੈ। ਤੀਸਰੇ ਨੂੰ ਪੁੱਛਿਆ ਕਿ ਦੱਸ ਭਾਈ ਇਸ ਦਾ ਕੀ ਹੱਲ ਹੋਏਗਾ। ਉਹ ਕਹਿੰਦਾ ਕਿ ਹੱਲ ਇਸ ਦਾ ਕੀ ਹੋਣਾ, ਆਪਾਂ ਜਿਸ ਰੁੱਖ ਦੇ ਉੱਤੇ ਬੈਠੇ ਹਾਂ ਇਸ ਰੁੱਖ ਦੇ ਉੱਤੇ ਤਰੇਲ ਪੈਣੀ ਹੈ ਰਾਤ ਨੂੰ। ਤਰੇਲ ਦੀਆਂ ਪਹਿਲੀਆਂ ਬੂੰਦਾਂ ਉਹ ਬੰਦਾ ਜਿਹਦੇ ਪੈਰ ਵੀ ਕੱਟੇ ਗਏ ਨੇ, ਜਿਹਦੀਆਂ ਅੱਖਾਂ ਵੀ ਕੱਢੀਆਂ ਗਈਆਂ ਨੇ, ਉਹ ਆਪਣੀ ਅੱਖ ਵਿੱਚ ਪਾ ਲਵੇ, ਆਪਣੇ ਸਰੀਰ ਤੇ ਲਾ ਲਵੇ ਤੇ ਪਹਿਲੀਆਂ ਬੂੰਦਾਂ ਦੇ ਨਾਲ ਉਸਦਾ ਮਸਲਾ ਹੱਲ ਹੋ ਜਾਣਾ, ਬਿਲਕੁਲ ਪਹਿਲਾਂ ਵਰਗਾ ਹੋ ਜਾਵੇਗਾ। ਉਹ ਕਹਿੰਦਾ ਬਹੁਤ ਖੂਬ। ਗੱਲਬਾਤ ਕਰਨ ਤੋਂ ਬਾਅਦ, ਨਵਾਂ ਮੁਖੀਆ ਚੁਣਨ ਤੋਂ ਬਾਅਦ ਪ੍ਰੇਤ ਉੱਥੋਂ ਚਲੇ ਗਏ, ਪਰ ਥੱਲੇ ਪਏ ਹੋਏ ਖਿਜ਼ਰ ਨੇ ਸਾਰੀ ਗੱਲਬਾਤ ਸੁਣ ਲਈ। ਉਹ ਹੁਣ ਇੰਤਜ਼ਾਰ ਕਰਨ ਲੱਗਿਆ ਕਿ ਕਦੋਂ ਤਰੇਲ ਪਵੇ। ਤਰੇਲ ਪਈ ਤੇ ਉਸਨੇ ਬੂੰਦਾਂ ਆਪਣੀਆਂ ਅੱਖਾਂ ਵਿੱਚ ਵੀ ਪਾਈਆਂ, ਆਪਣੇ ਸਰੀਰ ਤੇ ਲਾਈਆਂ। ਉਹ ਇੱਕਦਮ ਬਿਲਕੁਲ ਸਿਹਤਯਾਬ ਹੋ ਗਿਆ, ਠੀਕ ਠਾਕ ਹੋ ਗਿਆ। ਉਸਦੀ ਖੁਸ਼ੀ ਦਾ ਕੋਈ ਟਿਕਾਣਾ ਨਹੀਂ ਸੀ। ਹੁਣ ਉਸਨੇ ਘਰ ਜਾਣਾ ਤਿਆਗ ਦਿੱਤਾ। ਹੁਣ ਸਿੱਧਾ ਸਭ ਤੋਂ ਪਹਿਲਾਂ ਪਾਣੀ ਦਾ ਮਸਲਾ ਹੱਲ ਕਰਵਾਉਣ ਲਈ ਚਲਿਆ ਗਿਆ। ਉਹ ਇੱਕ ਪਿੰਡ ਵਿੱਚੋਂ ਲੰਘਦਾ ਹੈ ਤੇ ਲੋਕਾਂ ਨੂੰ ਲੱਗਿਆ ਕਿ ਇੰਨੀ ਫੁਰਤੀ ਦੇ ਵਿੱਚ ਲੰਘ ਰਿਹਾ ਤੇ ਬੰਦੇ ਦੇ ਵਿੱਚ ਕੁਝ ਖਾਸ ਹੈ। ਪਿੰਡ ਵਾਲੇ ਵੀ ਉਸਦੇ ਪਿੱਛੇ ਪਿੱਛੇ ਤੁਰ ਪਏ। ਜਿਵੇਂ ਉਹਨਾਂ ਨੇ ਦੱਸਿਆ ਸੀ ਕਿ ਜੰਗਲ ਤੋਂ ਪਹਿਲੇ ਖੂਹ ਦੇ ਵਿੱਚੋਂ ਇੱਕ ਬਾਲਟੀ ਭਰ ਕੇ ਕਿਵੇਂ ਨੇੜਲੇ ਦਰਖਤ ਨੂੰ ਪਾਉਣ ਦੇ ਨਾਲ ਮਸਲਾ ਹੱਲ ਹੋ ਜਾਣਾ, ਸਾਰੇ ਪਿੰਡ ਵਾਲਿਆਂ ਨੇ ਦੇਖਿਆ। ਉਸਨੇ ਜਦੋਂ ਇਹ ਸਾਰਾ ਕੁਝ ਕੀਤਾ, ਅਚਾਨਕ ਨਦੀਆਂ ਨਾਲਿਆਂ ਦੇ ਵਿੱਚ ਪਾਣੀ ਆ ਗਿਆ। ਅਸਮਾਨ 'ਚ ਬੱਦਲ ਆਏ ਤੇ ਬਰਸਣ ਲੱਗ ਪਏ। ਚਾਰੇ ਪਾਸੇ ਉਸਦੇ ਨਾਮ ਦੀ ਜੈ ਜੈਕਾਰ ਹੋਣ ਲੱਗੀ। ਇਹ ਖਬਰ ਚਲਦੀ ਚਲਦੀ ਰਾਜੇ ਕੋਲ ਵੀ ਪਹੁੰਚੀ। ਰਾਜੇ ਨੇ ਉਸਨੂੰ ਸਨਮਾਨਿਤ ਕਰਨ ਲਈ ਰਾਜ ਮਹਿਲ ਬੁਲਾ ਲਿਆ। ਫਿਰ ਵੀ ਉਹ ਘਰ ਨਹੀਂ ਗਿਆ, ਸਿੱਧਾ ਰਾਜ ਮਹਿਲ ਗਿਆ। ਰਾਜ ਮਹਿਲ ਰਾਜੇ ਨੇ ਉਸਨੂੰ ਸੋਨੇ ਦੀਆਂ ਅਸ਼ਰਫੀਆਂ ਦਿੱਤੀਆਂ, ਮੋਹਰਾਂ ਦਿੱਤੀਆਂ, ਉਸਨੂੰ ਸਨਮਾਨਿਤ ਕੀਤਾ। ਉਸਨੂੰ ਕਿਹਾ ਕਿ ਮੈਂ ਬਹੁਤ ਖੁਸ਼ ਹਾਂ, ਮੰਗ ਕੀ ਮੰਗਦਾ ਹੈ। ਉਸਨੇ ਬਹੁਤੀ ਵੱਡੀ ਕੋਈ ਮੰਗ ਨਹੀਂ ਰੱਖੀ। ਉਸ ਤੋਂ ਬਾਅਦ ਜਾਣ ਲੱਗਿਆ ਰਾਜੇ ਨੂੰ, ਕਹਿੰਦਾ ਕਿ ਮੈਂ ਸੁਣਿਆ ਤੁਹਾਡੇ ਪੁੱਤਰ ਦੀ ਸਿਹਤ ਨੂੰ ਕੋਈ ਦਿੱਕਤ ਆ ਗਈ ਹੈ। ਰਾਜੇ ਨੇ ਸਾਰਾ ਮਸਲਾ ਦੱਸਿਆ। ਉਹ ਕਹਿੰਦਾ ਠੀਕ ਹੈ, ਮੇਰੇ ਨਾਲ ਆਪਣੇ ਕਕਸ਼ ਦੇ ਬਾਹਰ ਚੱਲੋ, ਉੱਥੇ ਕੋਈ ਗਮਲਾ ਹੋਏਗਾ। ਰਾਜਾ ਕਹਿੰਦਾ ਹਾਂ ਉੱਥੇ ਗਮਲਾ ਹੈ। ਉਹ ਪੁੱਛਦਾ ਕਿ ਉੱਥੇ ਬੂਟੀ ਕੋਈ ਲੱਗੀ ਹੋਈ ਹੈ। ਕਹਿੰਦਾ ਹਾਂਜੀ ਬੂਟੀ ਹੈ। ਉਹ ਬੂਟੀ ਲਿਆ ਕੇ ਉਸਦਾ ਅਰਕ ਕੱਢ ਕੇ ਉਸਦੇ ਪੁੱਤਰ ਨੂੰ ਪਿਆ ਦਿੱਤਾ ਗਿਆ। ਉਹ ਵੀ ਬਿਲਕੁਲ ਠੀਕ ਠਾਕ ਹੋ ਗਿਆ, ਸਿਹਤਯਾਬ ਹੋ ਗਿਆ। ਰਾਜਾ ਇੰਨਾ ਖੁਸ਼ ਹੋਇਆ ਕਿ ਉਸਨੇ ਸਾਰੀ ਪ੍ਰਜਾ ਦੇ ਸਾਹਮਣੇ, ਮੰਤਰੀਆਂ ਸੰਤਰੀਆਂ ਦੇ ਸਾਹਮਣੇ ਆਪਣਾ ਅੱਧਾ ਰਾਜ ਭਾਗ ਖਿਜਰ ਦੇ ਨਾਮ ਕਰ ਦਿੱਤਾ। ਖਿਜਰ ਖੁਸ਼ੀ ਖੁਸ਼ੀ ਆਪਣੇ ਘਰ ਗਿਆ।
ਘਰ ਜਾਂਦਿਆਂ ਤੱਕ ਇਹ ਖਬਰ ਅੱਗ ਵਾਂਗ ਫੈਲ ਚੁੱਕੀ ਸੀ ਕਿ ਖਿਜਰ ਵੀ ਇੱਕ ਰਾਜ ਦਾ ਹੁਣ ਰਾਜਾ ਬਣ ਚੁੱਕਿਆ ਹੈ। ਖਿਜਰ ਦੀ ਘਰਵਾਲੀ ਤੇ ਖਿਜਰ ਦੇ ਬੱਚਿਆਂ ਨੂੰ ਬਹੁਤ ਚਾਅ ਸੀ। ਉਹਨਾਂ ਨੂੰ ਰਾਜ ਭਾਗ ਤੋਂ ਵੱਧ ਚਾਅ ਇਹ ਸੀ ਕਿ ਖਿਜਰ ਦੇ ਪੈਰ ਠੀਕ ਹੋ ਗਏ ਨੇ, ਉਸ ਦੀਆਂ ਅੱਖਾਂ ਠੀਕ ਹੋ ਗਈਆਂ ਨੇ। ਉਹ ਖੁਸ਼ੀ-ਖੁਸ਼ੀ ਨਵੇਂ ਘਰ ਜਾਣ ਦੀ ਸਲਾਹ ਮਸ਼ਵਰੇ ਕਰ ਹੀ ਰਹੇ ਸਨ ਕਿ ਅਚਾਨਕ ਉਸ ਦਾ ਵੱਡਾ ਭਰਾ ਜਹਾਨ ਉੱਥੇ ਆ ਗਿਆ। ਉਸਨੇ ਉਸ ਤੋਂ ਪੁੱਛਿਆ ਕਿ ਇੰਨਾ ਪੈਸਾ ਕਿਵੇਂ ਕਮਾ ਲਿਆ, ਮੈਨੂੰ ਵੀ ਦੱਸ। ਖਿਜਰ ਕਿਉਂਕਿ ਇੱਕ ਚੰਗਾ ਇਨਸਾਨ ਸੀ, ਨੇਕ ਰੂਹ ਸੀ, ਉਸਨੇ ਆਪਣੇ ਵੱਡੇ ਭਰਾ ਨੂੰ ਸਾਰਾ ਉਹ ਨੁਕਤਾ ਦੱਸ ਦਿੱਤਾ ਕਿ ਇਸ ਤਰ੍ਹਾਂ ਮਹੀਨੇ ਬਾਅਦ ਪ੍ਰੇਤ ਫਲਾਣੇ ਰੁੱਖ ਦੇ ਥੱਲੇ ਆ ਕੇ ਬੈਠਦੇ ਨੇ। ਹੁਣ ਖਿਜਰ ਤਾਂ ਖੁਸ਼ੀ-ਖੁਸ਼ੀ ਰਹਿਣ ਲੱਗਿਆ, ਪਰ ਜਹਾਨ ਨੇ ਮਨ ਵਿੱਚ ਸੋਚਿਆ ਹੋਇਆ ਸੀ ਕਿ ਮੈਂ ਪ੍ਰੇਤਾਂ ਤੋਂ ਕਿਸੇ ਨਾ ਕਿਸੇ ਤਰੀਕੇ ਜਿਹੜੀਆਂ ਚੋਰੀ ਜੁਗਤਾਂ ਸੁਣਨੀਆਂ ਨੇ ਉਹਨਾਂ ਦੇ ਵਿੱਚ ਇਹ ਸੁਣ ਲੈਣਾ ਕਿ ਆਪਦੇ ਭਰਾ ਦਾ ਨੁਕਸਾਨ ਕਿਵੇਂ ਕਰਨਾ ਹੈ, ਤੇ ਨਾਲ ਦੀ ਨਾਲ ਮੈਂ ਵੀ ਬਹੁਤ ਲੰਮੀ ਚੌੜੀ ਵੱਡੀ ਜਾਇਦਾਦ ਬਣਾਉਣ ਦਾ ਤਰੀਕਾ ਢੰਗ ਉਹਨਾਂ ਤੋਂ ਸਿੱਖ ਆਉਣਾ ਹੈ। 1 ਮਹੀਨੇ ਦਾ ਉਸਨੇ ਇੰਤਜ਼ਾਰ ਕੀਤਾ। ਜਿਸ ਦਿਨ ਮਿਥਿਆ ਹੋਇਆ ਦਿਨ ਆ ਗਿਆ ਤੇ ਉਹ ਉਸ ਰੁੱਖ ਦੇ ਥੱਲੇ ਹੋ ਕੇ ਬੈਠ ਗਿਆ। ਹੁਣ ਪ੍ਰੇਤ ਜਦੋਂ ਆਏ ਆਪਸ ਦੇ ਵਿੱਚ ਗੱਲਬਾਤ ਕਰਨ ਲੱਗੇ ਤਾਂ ਸਭ ਤੋਂ ਪਹਿਲੀ ਉਹਨਾਂ ਨੇ ਗੱਲ ਇਹ ਕੀਤੀ ਕਿ ਆਪਾਂ ਜੋ ਕੁਝ ਪਿਛਲੇ ਮਹੀਨੇ ਵਿਗਾੜਿਆ ਸੀ ਉਹ ਸਾਰਾ ਕੁਝ ਠੀਕ ਠਾਕ ਹੋ ਗਿਆ। ਆਪਸ ਦੇ ਵਿੱਚ ਉਹ ਆਪਣਾ ਦੁੱਖ ਸੁੱਖ ਵੰਡਾ ਰਹੇ ਸਨ, ਚਿੰਤਤ ਸਨ, ਬਹੁਤ ਦੁਖੀ ਸਨ ਕਿ ਇਸ ਤਰ੍ਹਾਂ ਕਿਵੇਂ ਸੰਭਵ ਹੈ। ਤਾਂ ਵੱਡੇ ਪ੍ਰੇਤ ਨੇ, ਬਿਰਧ ਪ੍ਰੇਤ ਨੇ ਉਹਨਾਂ ਨੂੰ ਵਿੱਚੋਂ ਟੋਕਦਿਆਂ ਹੋਇਆ ਕਿਹਾ ਕਿ ਮੈਂ ਤੁਹਾਨੂੰ ਗੱਲ ਦੱਸਦਾ, ਮੇਰੇ ਖਿਆਲ ਮੁਤਾਬਕ ਪਿਛਲੇ ਮਹੀਨੇ ਜੋ ਵੀ ਗੱਲਬਾਤ ਹੋਈ ਹੈ ਉਹ ਕੋਈ ਨਾ ਕੋਈ ਸੁਣ ਕੇ ਗਿਆ ਹੋਵੇਗਾ। ਗੱਲਬਾਤ ਸੁਣੇ ਬਿਨਾਂ ਇੰਨਾ ਸਟੀਕ ਕੰਮ ਹੋਣਾ ਸੰਭਵ ਨਹੀਂ। ਉਸਨੇ ਬਾਕੀ ਚਾਰਾਂ ਨੂੰ ਕਿਹਾ ਕਿ ਲੱਭੋ, ਨੇੜੇ ਤੇੜੇ ਇੱਕ ਮਨੁੱਖ ਜ਼ਰੂਰ ਹੋਵੇਗਾ ਜੋ ਤੁਹਾਡੀ ਗੱਲਬਾਤ ਸੁਣਦਾ ਹੈ। ਗੱਲਬਾਤ ਸੁਣ ਕੇ ਉਸਨੇ ਇਹ ਜੁਗਤ ਸਾਰਿਆਂ ਨੂੰ ਦੱਸੀ ਆ, ਜਾਂ ਉਸ ਇਨਸਾਨ ਨੂੰ ਦੱਸੀ ਜਿਸ ਨੇ ਸਭ ਕੁਝ ਠੀਕ ਕਰ ਲਿਆ। ਹੁਣ ਬਿਰਧ ਦੀ ਗੱਲ ਸੁਣ ਕੇ ਪ੍ਰੇਤਾਂ ਨੇ ਬੰਦਾ ਲੱਭਣਾ ਸ਼ੁਰੂ ਕਰ ਦਿੱਤਾ ਤੇ ਉਹਨਾਂ ਨੂੰ ਰੁੱਖ ਦੇ ਥੱਲੇ ਬੈਠਾ ਹੋਇਆ ਜਹਾਨ ਮਿਲ ਗਿਆ। ਉਹਨਾਂ ਨੇ ਫੜ ਕੇ ਉਸ ਨੂੰ ਕੁੱਟਿਆ, ਮਾਰਿਆ, ਐਸੀ ਬੁਰੀ ਹਾਲਤ ਕਰ ਦਿੱਤੀ ਕਿ ਉਸ ਨੂੰ ਅਧਮੋਇਆ ਕਰ ਦਿੱਤਾ। ਤੜਫਦਾ ਹੋਇਆ, ਚੀਕ ਚਿਹਾੜ ਕਰਦਾ ਹੋਇਆ ਉਹ ਆਪਣੇ ਘਰ ਪਹੁੰਚਿਆ। ਕਿਸੇ ਨਾ ਕਿਸੇ ਤਰੀਕੇ ਉਸ ਦੀ ਜਾਨ ਬਚ ਗਈ ਸੀ। ਇਸ ਕਹਾਣੀ ਦੇ ਰਾਹੀਂ ਕਹਾਣੀਕਾਰ ਸਾਨੂੰ ਦੱਸਣਾ ਕੀ ਚਾਹੁੰਦਾ ਹੈ, ਸਭ ਤੋਂ ਵੱਡੀ ਗੱਲ ਇਹ ਕਿ ਜਿਹੜੀ ਅੱਛਾਈ ਹੁੰਦੀ ਹੈ ਉਸ ਦੀ ਹਮੇਸ਼ਾ ਜਿੱਤ ਹੁੰਦੀ ਹੈ, ਬੁਰਾਈ ਨੇ ਅੰਤ ਵਿੱਚ ਹਾਰਨਾ ਹੀ ਹੁੰਦਾ ਹੈ। ਦੂਸਰੀ ਵੱਡੀ ਸਿੱਖਿਆ ਇਹ ਕਿ ਜਿਹੜਾ ਆਪਣਿਆਂ ਦਾ ਬੁਰਾ ਸੋਚਦਾ ਹੈ, ਆਪਣਿਆਂ ਦਾ ਬੁਰਾ ਲੋਚਦਾ ਹੈ, ਉਸ ਦਾ ਅੱਜ ਨਹੀਂ ਤਾਂ ਕੱਲ ਅੰਤ ਬਹੁਤ ਮਾੜਾ ਹੋਵੇਗਾ। ਆਪਣਿਆਂ ਦੇ ਨਾਲ ਪ੍ਰੇਮ ਕਰਨ ਵਾਲੇ, ਆਪਣਿਆਂ ਦੇ ਪ੍ਰਤੀ ਚੰਗੇ ਖਿਆਲ ਰੱਖਣ ਵਾਲੇ ਹਮੇਸ਼ਾ ਤਰੱਕੀ ਕਰਦੇ ਨੇ, ਪਰ ਜਦੋਂ ਆਪਣਿਆਂ ਤੋਂ ਸਾੜਾ ਹੋਣ ਲੱਗੇ ਤੇ ਸਮਝੋ ਆਪਣੇ ਪੈਰਾਂ ਤੇ ਅਸੀਂ ਆਪ ਕੁਹਾੜੀ ਮਾਰ ਰਹੇ ਹਾਂ। ਇਸ ਕਰਕੇ ਆਪਣਿਆਂ ਪ੍ਰਤੀ ਕਦੀ ਵੀ ਈਰਖਾ ਦਾ ਭਾਵ ਨਾ ਰੱਖੋ। ਹਮੇਸ਼ਾ ਇਹ ਸੋਚੋ ਕਿ ਮੈਂ ਤਰੱਕੀ ਕਰੂੰਗਾ, ਮੇਰੇ ਨਾਲ ਦੇ ਵੀ ਤਰੱਕੀ ਕਰਨ, ਪਰਮਾਤਮਾ ਉਹਨਾਂ ਨੂੰ ਵੀ ਤਰੱਕੀ ਬਖਸ਼ੇ।